सत श्री अकाल, स्वागत है तुहाडा सारिਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਸਾਡੀ ਇਹ ਖਾਸ ਪੇਸ਼ਕਸ਼ ਓਨਟਾਰੀਓ ਇਲੈਕਟਸ ਦੇ ਵਿੱਚ ਅਸੀਂ ਆ ਪਹੁੰਚੇ ਹਾਂ ਬਰੈਂਪਟਨ ਨਾਰਥ ਤੋਂ ਐਨਡੀਪੀ ਦੇ ਕੈਂਡੀਡੇਟ ਸੰਦੀਪ ਸਿੰਘ ਦੇ ਆਫਿਸ ਦੇ ਵਿੱਚ। ਆਓ ਚੱਲਦੇ ਹਾਂ ਉਹਨਾਂ ਦੇ ਕੈਂਪੇਨ ਆਫਿਸ ਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਐਨਡੀਪੀ ਦੇ ਪਲੇਟਫਾਰਮ ਬਾਰੇ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਸਵਾਗਤ ਹੈ ਤੁਹਾਡਾ ਪੀਟੀਸੀ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਆਫਿਸ 'ਚ ਆਏ ਹੈਗੇ ਹੋ, ਸਰੋਤਿਆਂ ਦੇ ਰੂਬਰੂ ਕਰ ਰਹੇ ਹੋ। ਥੈਂਕ ਯੂ ਸੋ ਮੱਚ ਜੀ। ਅਸੀਂ ਪੂਰੀ ਜਿਹੜੀ ਕੈਂਪੇਨ ਹੈਗੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਵੱਖ-ਵੱਖ ਪਾਰਟੀ ਦਾ ਪਲੈਟਫਾਰਮਸ ਹੈ ਉਸਨੂੰ ਸਮਝਣ ਦੀ ਕੋਸ਼ਿਸ਼ ਕਰ ਸਕੀਏ ਤਾਂ ਕਿ ਵੋਟਰਸ ਨੂੰ ਇੱਕ ਆਈਡੀਆ ਮਿਲੇ ਕਿ ਪਾਰਟੀ ਇਸ ਵਾਰੀ ਕੀ ਪਲੈਟਫਾਰਮ ਲੈ ਕੇ ਆਈ ਹੈ। ਪਰ ਕਿਉਂਕਿ ਤੁਸੀਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਨਹੀਂ ਹੋ ਤਾਂ ਸਭ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਬਾਰੇ ਦੱਸੋ ਕਿ ਵਾਈ ਯੂ ਆਰ ਇਨ ਪੋਲਿਟਿਕਸ ਐਂਡ ਵਾਈ ਯੂ ਚੋਜ਼ ਐਨਡੀਪੀ। ਸੋ ਰੁਪਿੰਦਰ ਜੀ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਸੋ ਮੇਰਾ ਨਾਮ ਸੰਦੀਪ ਸਿੰਘ ਆ ਅਤੇ ਮੈਂ ਬਰੈਂਪਟਨ ਨਾਰਥ ਤੋਂ ਐਨਡੀਪੀ ਦਾ ਕੈਂਡੀਡੇਟ ਹਾਂ। ਮੇਰਾ ਜਨਮ ਕੈਨੇਡਾ ਦੇ ਵਿੱਚ ਹੋਇਆ। ਮੈਂ ਡਬਲ ਮਾਸਟਰ ਡਿਗਰੀ ਹੋਲਡਰ ਹਾਂ। WHO ISAC ਵਰਗੀਆਂ ਵੱਡੀਆਂ ਆਰਗੇਨਾਈਜੇਸ਼ਨਸ ਦੇ ਵਿੱਚ ਕੰਮ ਕੀਤਾ ਆ। 3 ਬੁੱਕਸ ਪਬਲਿਸ਼ ਕੀਤੀਆਂ ਨੇ ਜਿਹੜੇ ਮੇਰੇ ਨਾਮ ਅੰਡਰ ਨੇ। ਲੋਕਾਂ ਦੇ ਵਿੱਚ ਲੰਬੇ ਸਮੇਂ ਤੋਂ ਵਿਚਰਦਾ ਪਿਆ ਆ। ਇਸੀ ਰਾਈਡਿੰਗ ਐਸੋਸੀਏਸ਼ਨ ਦੇ ਵਿੱਚ ਮੈਂ ਕਿਸੇ ਸਮੇਂ ਦੇ ਉੱਤੇ ਐਜ਼ ਅ ਪ੍ਰੈਜ਼ੀਡੈਂਟ ਵੀ ਸਰਵ ਕੀਤਾ ਆ। ਸੋ ਪੋਲੀਟਿਕਸ ਇਜ਼ ਨਾਟ ਨਿਊ ਟੂ ਮੀ। ਪੋਲੀਟਿਕਸ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਹੈਗੀ, ਪਰ ਸਿਰਫ ਪੋਲੀਟਿਕਸ ਨੂੰ ਸਮਝਣ ਦਾ ਮੇਰਾ ਨਜ਼ਰੀਆ ਜਿਹੜੇ ਟਰਡੀਸ਼ਨਲ ਪੋਲੀਟੀਸ਼ੀਅਨਸ ਨੇ ਉਹਨਾਂ ਤੋਂ ਅਲੱਗ ਆ। ਅਸੀਂ ਦੇਖਿਆ ਕਿ ਜਿਹੜੇ ਟਰਡੀਸ਼ਨਲ ਪੋਲੀਟੀਸ਼ੀਅਨਸ ਨੇ, ਭਾਵੇਂ ਉਹ ਲਿਬਰਲਸ ਦੇ ਨੇ ਜਾਂ ਕੰਜ਼ਰਵੇਟਿਵਸ ਦੇ ਨੇ, ਉਹ ਇਲੈਕਸ਼ਨਾਂ ਦੇ ਦਿਨਾਂ 'ਚ ਜ਼ਰੂਰ ਨਜ਼ਰ ਆਉਂਦੇ ਨੇ, ਪਰ ਉਸ ਤੋਂ ਬਾਅਦ 'ਚੋਂ ਨਹੀਂ, ਕਿਉਂਕਿ ਉਹ ਪੋਲੀਟਿਕਸ ਲਈ ਇੱਥੋਂ ਸੋਚਦੇ ਨੇ। ਮੈਂ ਪੋਲੀਟਿਕਸ ਇੱਥੋਂ ਸੋਚਦਾ ਹਾਂ ਅਤੇ ਇੱਥੋਂ ਕਰਦਾ ਹਾਂ, ਲੋਕਾਂ ਦੇ ਵਿੱਚ ਵਿਚਰਦਾ ਹਾਂ। ਲੋਕਾਂ ਦੇ ਮੁੱਦਿਆਂ ਨੂੰ ਕੁਈਨਸ ਪਾਰਕ ਦੇ ਵਿੱਚ ਉਠਾਉਣਾ ਮੇਰਾ ਮੇਜਰ ਏਜੰਡਾ ਆ। ਮੇਰੇ ਅਗੇਂਸਟ ਜਿਹੜੇ ਦੋਨੋਂ ਕੈਂਡੀਡੇਟਸ ਨੇ ਉਹਨਾਂ ਵਿੱਚ ਦੀ ਇੱਕ ਕੈਬਨਿਟ ਮਿਨਿਸਟਰ ਰਹੀ ਆ ਪਹਿਲਾਂ, ਔਰ ਉਹਦਾ ਦਾ ਲੋਕ ਆਪ ਜੱਜ ਕਰ ਸਕਦੇ ਨੇ ਕਿ ਉਹਨਾਂ ਦਾ ਕੰਮ ਉਹਨਾਂ ਨੂੰ ਕਿਸ ਤਰੀਕੇ ਨਾਲ ਲੱਗਿਆ। ਅਤੇ ਦੂਸਰਾ ਕੰਜ਼ਰਵੇਟਿਵ ਜਿਹੜੇ ਕੈਂਡੀਡੇਟ ਨੇ ਉਹ ਕਈ MPPs ਨੂੰ ਐਜ਼ ਅ ਸਟਾਫਰ ਸਰਵ ਕਰ ਚੁੱਕੇ ਨੇ। ਸੋ ਉਹਨਾਂ ਦੋਨਾਂ ਨੂੰ ਲੋਕਾਂ ਮੂਹਰੇ ਜਵਾਬ ਦੇਣ ਦੀ ਲੋੜ ਹੈਗੀ ਆ ਕਿ 15 ਸਾਲ ਦੀ ਲਿਬਰਲ ਸਰਕਾਰ ਅਤੇ 4 ਸਾਲ ਦੀ ਕੰਜ਼ਰਵੇਟਿਵ ਸਰਕਾਰ ਨੇ ਬਰੈਂਪਟਨ ਅਤੇ ਬਰੈਂਪਟੋਨੀਅਨਸ ਵਾਸਤੇ ਕੀ ਕੀਤਾ। ਅਤੇ ਤੁਹਾਨੂੰ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਜਿਹੜੇ ਅਪੋਨੈਂਟਸ ਨੇ ਉਹ ਪਹਿਲਾਂ ਕਿਉਂਕਿ ਟਰਮ ਵਿੱਚ ਰਹਿ ਚੁੱਕੇ ਨੇ, ਉਹਨਾਂ ਨੇ ਕੁਛ ਨਹੀਂ ਕੀਤਾ, ਤੁਸੀਂ ਕੁਝ ਕਰਨ ਦਾ ਜਜ਼ਬਾ ਰੱਖਦੇ ਹੋ, ਇਸ ਲਈ ਤੁਸੀਂ ਐਨਡੀਪੀ ਜੁਆਇਨ ਕੀਤੀ ਹੈ। ਬਟ ਜੇ ਐਨਡੀਪੀ ਪਾਰਟੀ ਦੇ ਪਲੈਟਫਾਰਮ ਦੀ ਗੱਲ ਕਰੀਏ, ਇੱਕ ਇੱਕ ਕਰਕੇ ਅਸੀਂ ਉਹਨਾਂ ਮੁੱਦਿਆਂ ਸੰਬੰਧੀ ਗੱਲ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਜਿਹੜੀ ਰੀਸੈਂਟ ਅਨਾਊਂਸਮੈਂਟ ਆਟੋ ਇੰਸ਼ੋਰੈਂਸ ਵਿੱਚ 40% ਦੀ ਕਟੌਤੀ ਲਿਆਉਣਾ ਜੇ ਸਰਕਾਰ ਬਣਦੀ ਹੈ, ਕਦੋਂ ਤੱਕ ਇੰਪਲੀਮੈਂਟ ਹੋ ਸਕਦਾ ਹੈ? ਸੋ ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਇੱਕ ਗੱਲ ਸਮਝਣਾ ਪਏਗਾ ਕਿ ਆਟੋ ਇੰਸ਼ੋਰੈਂਸ ਨੂੰ ਮੁੱਦਾ ਕਿਵੇਂ ਅਤੇ ਕਦੋਂ ਬਣਾਇਆ ਗਿਆ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਗਮੀਤ ਸਿੰਘ ਨੇ ਜਦੋਂ ਪਹਿਲੀ ਵਾਰੀ ਪ੍ਰੋਵਿੰਸ਼ੀਅਲ ਇਲੈਕਸ਼ਨ ਰਨ ਕੀਤੀ ਸੀਗੀ, ਉਦੋਂ ਇਹ ਵਾਲਾ ਮੁੱਦਾ ਲੋਕਾਂ ਮੂਹਰੇ ਆਇਆ ਸੀ, ਅਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਅੱਜ ਵੀ ਇਹ ਮੁੱਦਾ ਹੀ ਹੈਗਾ, ਕਿਉਂਕਿ ਹਜੇ ਤੱਕ ਇਸ ਸੰਬੰਧੀ ਕੁਝ ਹੋ ਨਹੀਂ ਪਾਇਆ। ਕਿਉਂਕਿ ਮੁੱਦਾ ਕਿਉਂ ਆ? ਉਹ ਮੁੱਦਾ ਇਸ ਲਈ ਹੈ ਕਿਉਂਕਿ ਅਸੀਂ ਆਪੋਜੀਸ਼ਨ 'ਚ ਰਹੇ ਹਾਂ, ਅਤੇ ਆਪੋਜੀਸ਼ਨ ਦੀ ਭੂਮਿਕਾ ਜਿਹੜੀ ਅਸੀਂ ਕੁਈਨਸ ਪਾਰਕ 'ਚ ਨਿਭਾਈ ਆ। ਕੋਈ ਵੀ ਬੰਦਾ, ਈਵਨ ਤਾਂ ਕਿ ਜਿਹੜੇ ਸਾਡੇ ਓਪੋਨੈਂਟਸ ਵੀ ਨੇ, ਉਹ ਵੀ ਇਹ ਗੱਲ ਕਹਿੰਦੇ ਨੇ ਕਿ ਆਟੋ ਇੰਸ਼ੋਰੈਂਸ ਅਤੇ ਹੈਲਥ ਕੇਅਰ ਦੇ ਮੁੱਦੇ ਦੇ ਉੱਤੇ ਜਿਹੜਾ ਆਪੋਜੀਸ਼ਨ ਦਾ ਰੋਲ ਐਨਡੀਪੀ ਨੇ ਨਿਭਾਇਆ, ਉਹੋ ਜਿਹਾ ਰੋਲ ਹੋਰ ਕਿਸੇ ਨੇ ਵੀ ਨਹੀਂ ਨਿਭਾਇਆ। ਉਦਾਹਰਨ ਦੇ ਤੌਰ ਦੇ ਉੱਤੇ ਹੈਲਥ ਮਿਨਿਸਟਰ ਨੇ ਕੁਈਨਸ ਪਾਰਕ ਦੇ ਵਿੱਚ ਖੜ੍ਹ ਕੇ ਇਹ ਗੱਲ ਕਹੀ ਕਿ ਬਰੈਂਪਟਨ ਨੂੰ ਹਸਪੀਟਲ ਨਹੀਂ ਚਾਹੀਦਾ। ਜਿਹੜੇ ਸਾਹਮਣੇ ਐਨਡੀਪੀ ਵਾਲੇ ਬੈਠੇ ਨੇ, ਇਹ ਇਹਨਾਂ ਦਾ ਮੁੱਦਾ। ਸੋ ਇਸ ਚੀਜ਼ ਦੀ ਸਟੈਂਪ ਲਾਉਂਦੇ ਨੇ ਉਹ ਕਿ ਜਿਹੜੀ ਆਪੋਜੀਸ਼ਨ ਦਾ ਰਵੱਈਆ ਆ ਉਹ ਐਨਡੀਪੀ ਨਾਲੋਂ ਬੈਟਰ ਕਿਸੇ ਨੇ ਨਹੀਂ ਅਜੇ ਤੱਕ ਨਿਭਾਇਆ। ਔਰ ਸਾਨੂੰ ਸਿਰਫ ਆਪੋਜੀਸ਼ਨ ਦੀ ਡਿਊਟੀ ਦਿੱਤੀ ਲੋਕਾਂ ਨੇ, ਅਸੀਂ ਉਹ ਡਿਊਟੀ ਨਿਭਾਈ। ਅਗਰ ਅਸੀਂ ਸਰਕਾਰ ਬਣਾ ਦਈਏ ਤਾਂ ਅਸੀਂ ਇਹ ਮੁੱਦੇ ਜਿਹੜੇ ਆ ਉਹ ਰਿਜ਼ੋਲਵ ਕਰਕੇ ਦਿਖਾਵਾਂਗੇ। ਤੁਸੀਂ ਪੁੱਛਿਆ ਕਿ ਕਿਸ ਤਰੀਕੇ ਨਾਲ ਡਿਕਰੀਜ਼ ਹੋਊਗਾ। ਮੈਂ ਇਹ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ 2013 ਦੀ ਇਲੈਕਸ਼ਨਸ ਵੇਲੇ ਡਲਡੂਕਾ ਸਾਹਿਬ ਦੀ ਲਿਬਰਲ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ 15% ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਰਿਡਿਊਸ ਕਰਾਂਗੇ। ਉਸ ਤੋਂ ਬਾਅਦ 'ਚੋਂ ਜਦੋਂ ਜਿੱਤ ਗਏ, ਜਦੋਂ ਲੋਕਾਂ ਨੇ ਉਹਨਾਂ 'ਤੇ ਭਰੋਸਾ ਕੀਤਾ ਅਤੇ ਉਹਨਾਂ ਨੂੰ ਜਿਤਾਤਾ, ਉਦੋਂ ਡਲਡੂਕਾ ਸਾਹਿਬ ਦੀ ਲਿਬਰਲਸ ਨੇ ਇਹ ਗੱਲ ਕਹੀ ਕਿ ਇਟਸ ਅ ਸਟ੍ਰੈਚਡ ਪ੍ਰੋਮਿਸ। ਸੋ ਕਿ ਨਾਮ ਹੈ ਕਿ ਆ ਜਿਹੜਾ ਪ੍ਰੋਮਿਸ ਸੀਗਾ ਉਹ ਸਟ੍ਰੈਚ ਕਰ ਦਿੱਤਾ ਗਿਆ ਸੀਗਾ। ਅੱਜ ਦੇ ਵੀ ਜਿਹੜੇ ਉਹ ਪ੍ਰੋਮਿਸਿਸ ਕਰ ਰਹੇ ਨੇ, ਕੱਲ੍ਹ ਨੂੰ ਉਹ ਕਹਿ ਸਕਦੇ, ਕਿਉਂਕਿ ਉਹਨਾਂ ਦਾ ਇਤਿਹਾਸ ਹੈ ਕਿ ਉਹ ਬਾਅਦ 'ਚੋਂ ਮੁੱਕਰ ਜਾਂਦੇ ਹੁੰਦੇ ਆ ਅਤੇ ਕਹਿ ਦਿੰਦੇ ਹੁੰਦੇ ਕਿ ਸਟ੍ਰੈਚਡ ਪ੍ਰੋਮਿਸ, ਉਹ ਯਾਦ ਰੱਖਣਾ ਪਵੇਗਾ। ਦੂਜੀ ਜਿਹੜੇ ਓਪੋਨੈਂਟਸ ਨੇ ਕੰਜ਼ਰਵੇਟਿਵਸ ਵਾਲੇ, ਉਹਨਾਂ ਦੀਆਂ ਯਾਰੀਆਂ ਦੋਸਤੀਆਂ ਵੱਡੇ ਘਰਿਆਣਾ ਦੇ ਨਾਲ, ਵੱਡੀਆਂ ਕਾਰਪੋਰੇਸ਼ਨਸ ਨਾਲ, ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਨੇ। ਉਹ ਅਸੀਂ ਦੇਖਿਆ ਕਿਸ ਤਰੀਕੇ ਨਾਲ ਉਹਨਾਂ ਨੇ 407 ਦਾ ਕੀ ਕੀਤਾ। ਅਸੀਂ ਦੇਖਿਆ ਕਿ ਜਿਹੜਾ ਇੱਥੇ ਸਾਡੇ ਨਾਲ ਲੱਗਦੇ ਸ਼ਹਿਰ ਦੇ ਵਿੱਚ ਇੱਕ ਪ੍ਰੋਜੈਕਟ ਆਇਆ, ਉਸ ਵਿੱਚ ਡਿਵੈਲਪਰਸ ਦੇ ਨਾਲ ਕਿਸ ਤਰੀਕੇ ਨਾਲ ਡੀਲਸ ਹੋਈਆਂ, ਕਿਸ ਤਰੀਕੇ ਦੇ ਨਾਲ
ਉਹਨਾਂ ਡਿਵੈਲਪਰਸ ਨੇ ਮਿਲੀਅਨ ਡਾਲਰਸ ਕੈਂਪੇਨ ਦੇ ਵਿੱਚ ਡੋਨੇਟ ਕੀਤੇ। ਸੋ ਲੋਕਾਂ ਕੋਲੋਂ ਕੁਝ ਨਹੀਂ ਲੁਕਿਆ। ਪਰ ਜਿਵੇਂ ਤੁਸੀਂ ਉਹਨਾਂ ਦੋਨਾਂ ਪਾਰਟੀ ਦੀ ਗੱਲ ਕਰ ਰਹੇ ਹੋ, ਜੇ ਅਸੀਂ ਕੰਜ਼ਰਵੇਟਿਵਸ ਦੀ ਗੱਲ ਕਰੀਏ ਤਾਂ 2 ਸਾਲ ਤੇ ਉਹਨਾਂ ਦੇ ਪੈਂਡੈਮਿਕ 'ਚ ਚਲੇ ਗਏ, ਉਹ ਪੈਂਡੈਮਿਕ ਨੂੰ ਸਾਂਭਦੇ ਰਹੇ। ਸ਼ਾਇਦ ਜਿਹੜੇ ਮੁੱਦੇ ਸੀਗੇ ਉਹ ਹਜੇ ਉਹਨਾਂ ਦੇ ਨਾਲ ਨੇ, ਉਹਨਾਂ ਨੂੰ ਉਹਦੇ ਤੇ ਕੰਮ ਨਹੀਂ ਕਰ ਪਾਏ। ਦੂਜੇ ਪਾਸੇ ਜੇ ਲਿਬਰਲਸ ਦੀ ਗੱਲ ਕਰੀਏ, ਤੁਸੀਂ ਸਟੀਵਨ ਡੈਲ ਡਿਊਕਾ ਦੀ ਗੱਲ ਕਰ ਰਹੇ ਹੋ, ਉਹ ਆਪਣੇ ਆਪ ਇਸ ਲੀਡਰਸ਼ਿਪ ਨੂੰ ਇੱਕ ਨਿਊ ਲੀਡਰਸ਼ਿਪ ਨਾਮ ਦੇ ਰਹੇ ਨੇ, ਕਿਉਂਕਿ ਉਹ ਨਹੀਂ ਦੇਖਣਾ ਚਾਹੁੰਦੇ ਕਿ ਪਿੱਛੇ ਕੀ ਪ੍ਰੋਮਿਸਿਸ ਹੋਏ ਸੀ ਇਹ ਪੂਰੇ ਨਹੀਂ ਹੋਏ ਸੀ। ਸੋ ਦ ਪੁਆਇੰਟ ਬਹੁਤ ਚੰਗੀ ਗੱਲ ਹੈ। ਡਲੂਕਾ ਸਾਹਿਬ ਆਪਣੇ ਜਿਹੜੇ ਲੀਡਰਸ਼ਿਪ ਦੇ ਸਕਿੱਲਸ ਨੇ ਜਾਂ ਉਹਨਾਂ ਦੀ ਜਿਹੜੀ ਲੀਡਰਸ਼ਿਪ ਉਹ ਪਿੱਛੇ ਰੱਖ ਸਕਦੇ ਹੋਣਗੇ, ਅਸੀਂ ਕਿਵੇਂ ਰੱਖ ਸਕਦੇ ਹਾਂ? ਉਹ ਤਾਂ ਕੈਬਨਿਟ ਮਿਨਿਸਟਰ ਸਨ। ਹੀ ਵਾਸ ਪਾਰਟ ਆਫ ਦੈਟ ਮਿਨਿਸਟਰੀ ਜਿਹਨੇ ਸਾਰੀ ਓਨਟਾਰੀਓ ਨੂੰ ਬਰਬਾਦ ਕੀਤਾ, ਤੇ ਉਹ ਬਰਬਾਦੀ ਜਿਹੜੀ ਆ ਉਹ ਡਗਫੋਰਡ ਸਾਹਿਬ ਉਹਨਾਂ ਨੇ ਕੰਟੀਨਿਊ ਕੀਤੀ। ਤੁਸੀਂ ਕਿਹਾ ਕਿ 2 ਸਾਲ ਪੈਂਡੇਮਿਕ ਦੇ ਵਿੱਚ ਨਿਕਲੇ। ਡਗਫੋਰਡ ਸਾਹਿਬ ਉਹਨਾਂ ਨੇ ਕੀਤਾ ਕਿ ਪੈਂਡੇਮਿਕ ਦੇ ਵਿੱਚ ਸਮਾਲ ਬਿਜ਼ਨੈਸਿਸ ਜੋ ਕਿ ਸਾਡੀ ਰੀੜ੍ਹ ਦੀ ਹੱਡੀ ਆ ਉਹ ਤੋੜ ਕੇ ਰੱਖ ਦਿੱਤੀ। ਉਹਨਾਂ ਲਈ ਕੀ ਕੀਤਾ? ਬਿਜ਼ਨੈਸਿਸ ਨੂੰ ਬੰਦ ਕਰਕੇ ਆਪਣੇ ਯਾਰ ਦੋਸਤ ਵੱਡੀਆਂ ਕਾਰਪੋਰੇਸ਼ਨਸ ਨੇ ਬਿਲੀਅਨਸ ਕਮਾਏ, ਤੇ ਜਿਹੜੇ ਸਮਾਲ ਬਿਜ਼ਨੈਸਿਸ ਸੀਗੇ ਉਹ ਰੋਂਦੇ ਰਹਿ ਗਏ। ਮੈਂ ਕਈ ਬਿਜ਼ਨੈਸਿਸ ਨੂੰ ਜਾਣਦਾ ਜਿਨ੍ਹਾਂ ਨੂੰ ਆਪਣੇ ਬਿਜ਼ਨੈਸਿਸ ਤੱਕ ਬੰਦ ਕਰਨੇ ਪੈ ਗਏ। ਬੀਇੰਗ ਇਨਟੂ ਪੋਲਿਟਿਕਸ, ਤੁਸੀਂ ਜਦੋਂ ਤੁਹਾਡੇ ਘਰੇ ਮੁਸ਼ਕਿਲ ਆ ਜਾਵੇ ਉਦੋਂ ਤੁਸੀਂ ਅੱਖਾਂ ਬੰਦ ਕਰਕੇ ਨਹੀਂ ਬਹਿੰਦੇ ਹੈਗੇ, ਤੁਸੀਂ ਉਹਨਾਂ ਨਾਲ ਲੜਦੇ ਹੋ, ਉਸ ਮੁਸ਼ਕਿਲ ਦੇ ਵਿੱਚੋਂ ਦੀ ਆਪਣੇ ਲੋਕਾਂ ਨੂੰ ਕੱਢਦੇ ਹੋ। ਇੱਥੋਂ ਦੀ ਤੁਹਾਡੀ ਲੀਡਰਸ਼ਿਪ ਪ੍ਰੂਫ ਹੁੰਦੀ ਆ। ਜਦੋਂ ਪੈਂਡੇਮਿਕ ਆਇਆ ਤਾਂ ਡਗਫੋਰਡ ਸਾਹਿਬ ਉਹਨਾਂ ਨੇ ਜਿਹੜੇ ਸਕਿੱਲਸ ਵਰਤੇ ਜਾਂ ਜਿਹੜੀ ਉਹਨਾਂ ਦੀ ਲੀਡਰਸ਼ਿਪ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਸੀ ਉਹ ਫੇਲ ਹੋਏ ਨੇ। ਉਹ ਚੀਜ਼ਾਂ ਦੇ ਉੱਤੇ ਕੰਮ ਨਹੀਂ ਕਰ ਸਕੇ। ਇੰਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕੀ ਦੁਨੀਆ ਛੱਡ ਗਏ। ਮੈਂ ਤੁਹਾਨੂੰ ਆਪਣੀ ਸਟੋਰੀ ਦੱਸਦਾ ਹਾਂ ਕਿ ਪੈਂਡੇਮਿਕ ਦੌਰਾਨ ਬ੍ਰੈਂਪਟਨ ਹਸਪੀਟਲ ਦਾ ਇਹ ਹਾਲ ਸੀਗਾ ਕਿ ਵੀ ਲੋਸਟ ਆਰ ਲਾਈਕ ਲਵਡ ਵਨਸ। ਮੇਰੇ ਦੋਸਤ ਨੇ ਜਿਹੜੇ ਅੱਜ ਵੀ ਬੈੱਡ ਦੇ ਉੱਤੇ ਨੇ, ਉਹਨਾਂ ਦੇ ਫਾਦਰ ਸਾਹਿਬ ਪੂਰੇ ਹੋ ਗਏ। ਇਹੋ ਜਿਹੀਆਂ ਸਟੋਰੀਜ਼ ਅਨੇਕਾਂ ਨੇ, ਇਹੋ ਜਿਹੀ ਇੱਕ ਅੱਧੀ ਸਟੋਰੀ ਨਹੀਂ ਹੈਗੀ ਹੈ। ਦ ਪੁਆਇੰਟ ਇਜ਼ ਕਿ 4 ਸਾਲ ਦੇ ਸਮੇਂ ਦੇ ਵਿੱਚ what did you deliver? 4 ਸਾਲ ਦੇ ਸਮੇਂ ਦੇ ਵਿੱਚ ਤੁਹਾਡੇ ਕੋਲੇ ਪੈਂਡੇਮਿਕ ਸੀ। ਪੈਂਡੇਮਿਕ ਤੋਂ ਤੁਸੀਂ ਕੀ ਸਿੱਖਿਆ? ਤੁਸੀਂ ਜਿਹੜਾ ਇਨਫਰਾਸਟ੍ਰਕਚਰ ਲੈ ਕੇ ਆਉਣ ਦੀਆਂ ਗੱਲਾਂ ਕਰਦੇ ਪਏ ਹੋ। ਤੁਸੀਂ ਇਹ ਸੋਚੋ ਕਿ ਕਿਸੇ ਬੰਦੇ ਨੂੰ ਭੁੱਖ ਲੱਗੀ ਹੋਵੇ ਤੇ ਉਹਨੂੰ ਕਿਹਾ ਜਾਵੇ ਕਿ ਤੂੰ ਅੱਜ ਸਾਡੇ ਕੋਲੇ ਤੈਨੂੰ ਰੋਟੀ ਦੇਣ ਨੂੰ ਨਹੀਂ ਹੈਗੀ, ਤੂੰ 2 ਸਾਲ ਰੁਕ ਜਾ, ਤੈਨੂੰ ਅਸੀਂ ਵਧੀਆ ਸ਼ਾਹੀ ਪਨੀਰ ਖਵਾਵਾਂਗੇ। Is that right thing to do? ਚਲੋ ਕਿਸੇ ਨੇ ਕੀ ਕੀਤਾ ਨਹੀਂ ਕੀਤਾ ਇਹਨੂੰ ਛੱਡ ਕੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਐਨਡੀਪੀ ਜੇ ਸੱਤਾ ਵਿੱਚ ਆਉਂਦੀ ਹੈ ਤਾਂ ਕੀ ਕਰੇਗੀ। ਕਮਿੰਗ ਬੈਕ ਟੂ ਆਟੋ ਇੰਸ਼ੋਰੈਂਸ, ਮਾਈ ਕੁਐਸਚਨ ਵਾਸ ਕਿ ਤੁਸੀਂ ਕਿਸ ਤਰ੍ਹਾਂ ਰਿਡਿਊਸ ਕਰੋਗੇ? ਸੋ ਪਹਿਲੀ ਗੱਲ ਹੈ ਕਿ ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਕੈਨੇਡਾ ਨਾਲੋਂ ਸਭ ਤੋਂ ਜ਼ਿਆਦਾ ਮਹਿੰਗੀ ਹੈ ਜੀ। ਦੂਸਰਾ ਫੈਕਟ ਇਹ ਹੈ ਕਿ ਓਨਟਾਰੀਓ ਦੇ ਵਿੱਚ ਕੈਨੇਡਾ ਦੇ ਵਿੱਚ ਸਭ ਤੋਂ ਘੱਟ ਐਕਸੀਡੈਂਟਸ ਹੁੰਦੇ ਆ। ਇਟਸ ਅ ਫੈਕਟ। ਤੀਸਰੀ ਗੱਲ ਇਹ ਆ ਕਿ ਆਟੋ ਇੰਸ਼ੋਰੈਂਸ ਦੀਆਂ ਜਦੋਂ ਪ੍ਰਾਈਸਿਸ ਇਨਕਰੀਜ਼ ਕੀਤੀਆਂ ਜਾਂਦੀਆਂ ਨੇ ਉਹ ਇਦਾਂ ਨਹੀਂ ਹੈਗਾ ਕਿ ਮੰਨ ਲਓ ਕਿ ਮੈਂ ਆਟੋ ਇੰਸ਼ੋਰੈਂਸ ਕੰਪਨੀ ਆ, ਮੇਰਾ ਜੀ ਕੀਤਾ ਹੈ ਕਿ ਮੈਂ ਤੁਹਾਡੀ ਇੰਸ਼ੋਰੈਂਸ ਵਧਾਉਣੀ ਹੈ ਤੇ ਮੈਂ ਵਧਾ ਦੂੰਗਾ। ਇਟ ਡਜ਼ਨਟ ਹੈਪਨ ਦੈਟ ਵੇ। ਸੋ ਵਾਟ ਹੈਪਨਸ ਇਜ਼ ਆਟੋ ਇੰਸ਼ੋਰੈਂਸ ਕਹਿੰਦੀ ਹੈ, ਸਰਕਾਰ ਤੋਂ ਪਰਮਿਸ਼ਨ ਲੈਂਦੀ ਹੈ ਕਿ ਅਸੀਂ ਇੰਸ਼ੋਰੈਂਸ ਵਧਾ ਦਈਏ। ਡਗਫੋਰਡ ਸਾਹਿਬ ਅਤੇ ਡਲਡੂਕਾ ਸਾਹਿਬ ਦੀ ਸਰਕਾਰਾਂ ਕਹਿੰਦੀਆਂ ਹਾਂਜੀ ਵਧਾ ਦਿਓ, ਤੇ ਉਹ ਫਿਰ ਸਾਡੀਆਂ ਆਟੋ ਇੰਸ਼ੋਰੈਂਸ ਵੱਧਦੀਆਂ ਨੇ। ਸਾਡੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਗਰ ਬਾਕੀ ਪ੍ਰੋਵਿੰਸਿਸ ਦੇ ਵਿੱਚ ਸਾਡੇ ਨਾਲੋਂ 40% ਘੱਟ ਇੰਸ਼ੋਰੈਂਸਿਸ ਲੋਕੀ ਪੇ ਕਰਦੇ ਪਏ ਆ ਤੇ ਵਿਲ ਡੂ ਇਟ। ਹਾਊ ਵਿਲ ਵੀ ਡੂ ਇਟ? ਬਾਈ ਬੈਨਿੰਗ ਪੋਸਟਲ ਕੋਡ ਡਿਸਕ੍ਰਿਮੀਨੇਸ਼ਨ। ਪੋਸਟਲ ਕੋਡ ਡਿਸਕ੍ਰਿਮੀਨੇਸ਼ਨ ਨੂੰ ਬੈਨ ਕਰਕੇ ਅਸੀਂ ਜਿਹੜੀ ਪ੍ਰਾਈਸਿਸ ਵੱਧਦੀਆਂ ਨੇ ਉਹਦੇ ਉੱਤੇ ਬੈਨ ਲਗਾਵਾਂਗੇ। ਉਹਦੇ ਨਾਲ ਅਸੀਂ ਇੱਕ ਕਮੇਟੀ ਬਿਠਾਵਾਂਗੇ ਜਿਹੜੀ ਇਹ ਚੀਜ਼ ਨੂੰ 18 ਮਹੀਨਿਆਂ ਦੇ ਵਿੱਚ ਸਟੱਡੀ ਕਰੂਗੀ ਕਿ ਸਾਨੂੰ ਪਬਲਿਕ ਇੰਸ਼ੋਰੈਂਸ ਬੈਟਰ ਆ ਜਾਂ ਪਬਲਿਕ ਪ੍ਰਾਈਵੇਟ ਇੰਸ਼ੋਰੈਂਸ ਬੈਟਰ ਆ ਜਾਂ ਪ੍ਰਾਈਵੇਟ ਇੰਸ਼ੋਰੈਂਸ ਦੇ ਵਿੱਚ ਕੁਛ ਨਾ ਕੁਛ ਚੇਂਜਸ ਕਰਨ ਦੀ ਲੋੜ ਹੈਗੀ ਆ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ ਆਪਣੇ ਨਾਲ ਦੇ ਗੁਆਂਢੀ ਪ੍ਰੋਵਿੰਸ ਦੀ, ਕਿਊਬੈਕ ਦੀ। ਉਹਦੀ ਇੰਸ਼ੋਰੈਂਸ ਕੰਪੇਅਰ ਕਰੋ, ਓਨਟਾਰੀਓ ਦੀ ਇੰਸ਼ੋਰੈਂਸ ਕੰਪੇਅਰ ਕਰੋ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ BC ਅਤੇ ਓਨਟਾਰੀਓ ਦੀ ਇੰਸ਼ੋਰੈਂਸ ਦੀ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ ਮੈਨੀਟੋਬਾ ਅਤੇ ਓਨਟਾਰੀਓ ਦੀ ਇੰਸ਼ੋਰੈਂਸ ਦੀ। ਸੋ ਅਗਰ ਬਾਕੀ ਸਾਰੇ ਪ੍ਰੋਵਿੰਸਿਸ ਦੇ ਵਿੱਚ 40% ਇੰਸ਼ੋਰੈਂਸ ਘੱਟ ਸਕਦੀ ਆ ਤੇ ਫਿਰ ਓਨਟਾਰੀਓ ਦੇ ਵਿੱਚ ਵੀ ਘੱਟ ਸਕਦੀ। ਉਸ ਦੇ ਵਿੱਚ ਸਿਰਫ ਇੱਕ ਸ਼ਰਤ ਹੈ ਆ ਕਿ ਹੂ ਇਜ਼ ਗੋਨਾ ਵਰਕ ਫॉर ਯੂ। ਜਿਹੜੀ ਪਾਰਟੀ ਲੋਕਾਂ ਲਈ ਕੰਮ ਕਰੂਗੀ ਉਹ ਇੰਸ਼ੋਰੈਂਸ ਘਟਾਏਗੀ। ਜਿਹੜੀ ਪਾਰਟੀ ਕਾਰਪੋਰੇਸ਼ਨਸ ਲਈ, ਕਾਰਪੋਰੇਟਸ ਲਈ, ਵੱਡੇ ਘਰਾਣਿਆਂ ਲਈ, ਅਮੀਰਾਂ ਲਈ ਕੰਮ ਕਰੂਗੀ ਉਹ ਤੁਹਾਡੀ ਇੰਸ਼ੋਰੈਂਸ ਨਹੀਂ ਘਟਾਏਗੀ।
ਜੀ ਮੁੱਦੇ ਹੋਰ ਵੀ ਨੇ, ਜਿਵੇਂ ਸਭ ਤੋਂ ਅਹਿਮ ਮੁੱਦਾ ਇਸ ਵੇਲੇ ਲੋਕਾਂ ਦੇ ਵਿੱਚ ਹੈਗਾ ਉਹ ਹੈਗਾ ਹੈਲਥ ਕੇਅਰ। ਤੁਹਾਡੀ ਪਾਰਟੀ ਨੇ ਅਨਾਉਂਸ ਕੀਤਾ ਕਿ ਜੇ ਉਹ ਚੁਣ ਕੇ ਆਉਂਦੇ ਨੇ, ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਮੋਰ ਨਰਸਿਸ, ਮੋਰ PSW ਵਰਕਰਸ ਹਾਇਰ ਕੀਤੇ ਜਾਣਗੇ। ਅੱਜ ਦੀ ਵੀ ਅਨਾਉਂਸਮੈਂਟ ਰਹੀ ਹੈ ਕਿ ਜਿਹੜਾ ਮੈਂਟਲ ਹੈਲਥ ਹੈ ਉਸ ਨੂੰ ਸਪੋਰਟ ਕਰਨ ਲਈ ਜੋ ਅਪਾਇੰਟਮੈਂਟਸ ਹੁੰਦੀਆਂ ਉਹ ਫ੍ਰੀ ਬੁੱਕ ਕੀਤੀਆਂ ਜਾ ਸਕਦੀਆਂ। ਅਸੀਂ ਮੰਨਦੇ ਹਾਂ ਤੁਸੀਂ ਨਰਸਿਸ PSW ਵਰਕਰਸ ਹਾਇਰ ਕਰੋਗੇ, ਬਟ ਜੋ ਅਪਾਇੰਟਮੈਂਟਸ ਹੈ, ਜੇ ਫ੍ਰੀ ਅਪਾਇੰਟਮੈਂਟਸ ਹੁੰਦੀਆਂ ਤਾਂ ਉਹਦੇ ਲਈ ਤਾਂ ਹੋਰ ਸਟਾਫ ਚਾਹੀਦਾ। ਸਟਾਫ ਦੀ ਪਹਿਲਾਂ ਹੀ ਕਮੀ ਆ ਰਹੀ ਹੈ, ਤੇ ਕਿਸ ਤਰ੍ਹਾਂ ਇਹ ਵਰਕ ਹੋਏਗਾ? ਰਿਸਪੌਂਸਿਬਲ ਕੌਣ ਹੈ ਇਸ ਸਾਰੀ ਸਿਚੁਏਸ਼ਨ ਦੇ ਉੱਤੇ ਸਾਨੂੰ ਪਹੁੰਚਾਉਣ ਲਈ? ਆਪਾਂ ਨੂੰ ਜ਼ਿੰਮੇਵਾਰੀ ਬੰਨਣੀ ਪਏਗੀ। ਜਵਾਬ ਵੀ ਤਾਂ ਹੀ ਮਿਲ ਸਕਦੇ ਨਾ ਅਗਰ ਆਪਾਂ ਜ਼ਿੰਮੇਵਾਰੀ ਨਹੀਂ ਬੰਨਾਂਗੇ। ਅਗਰ ਅਸੀਂ ਇਹੀ ਕਹਾਂਗੇ ਕਿ ਅੱਖਾਂ ਹੀ ਮੀਟ ਲਾਂਗੇ ਕਿ ਕੋਈ ਨਾ ਉਹਨਾਂ ਨੇ ਜੋ ਕੀਤਾ, we cannot do that. We'll have to tell ਕਿ ਹਾਂ ਕੰਜ਼ਰਵੇਟਿਵਸ ਤੇ ਲਿਬਰਲਸ ਨੇ ਇਸ ਹਾਲਾਤ ਸਾਨੂੰ ਖੜਾ ਕੀਤਾ। ਦੂਸਰੀ ਗੱਲ, ਸਾਡੇ ਕੋਲੇ ਓਨਟਾਰੀਓ ਦੇ ਵਿੱਚ, ਓਨਟਾਰੀਓ ਉਹ ਪ੍ਰੋਵਿੰਸ ਆ ਜਿੱਥੇ ਸਭ ਤੋਂ ਪਹਿਲਾਂ ਇਮੀਗ੍ਰੈਂਟ ਲੈਂਡ ਹੁੰਦਾ ਹੈ ਜੀ। ਅਨੇਕਾਂ ਨਰਸਿਸ ਤੁਸੀਂ ਵੀ ਜਾਣਦੇ ਹੋਣੇ ਹੋ, ਸਾਰਿਆਂ ਦੇ ਸਰਕਲਸ ਦੇ ਵਿੱਚ ਉਹ ਨਰਸਿਸ ਨੇ ਜਿਨ੍ਹਾਂ ਦੇ ਕ੍ਰੈਡੈਂਸ਼ੀਅਲਸ ਨੂੰ ਅਪਰੂਵ ਹੋਣ ਲਈ ਸਦੀਆਂ ਲੱਗ ਜਾਂਦੀਆਂ ਨੇ, ਤੇ ਉਸ ਤੋਂ ਬਾਅਦ ਚ ਜਿਹੜਾ ਉਹਨਾਂ ਦਾ ਸਕਿੱਲ ਆ, ਜਿਹੜੇ ਸਕਿੱਲ ਕਰਕੇ ਅਸੀਂ ਉਹਨਾਂ ਨੂੰ PR ਦਿੱਤੀ ਸੀ। ਪੁਆਇੰਟ ਬੇਸ ਸਿਸਟਮ ਆ, ਪੁਆਇੰਟ ਬੇਸ ਸਿਸਟਮ 'ਚ ਉਹਨਾਂ ਨੇ ਪੜ੍ਹਾਈਆਂ ਕੀਤੀਆਂ, ਐਕਸਪੀਰੀਅੰਸ ਗੇਨ ਕੀਤੇ, ਫਿਰ ਉਸ ਤੋਂ ਬਾਅਦ 'ਚ ਉਹਨਾਂ ਨੂੰ ਕਿਤੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀਜ਼ ਮਿਲੀਆਂ। ਉਹ ਸਾਰਾ ਕ੍ਰੈਡੈਂਸ਼ੀਅਲ ਦਾ ਜਿਹੜਾ ਪ੍ਰੋਸੈਸ ਆ ਉਹ ਇੰਨਾ ਲੰਬਾ ਹੈ ਕਿ ਜਦ ਤੱਕ ਉਹਨਾਂ ਦੇ ਕ੍ਰੈਡੈਂਸ਼ੀਅਲਸ ਦਾ ਜਵਾਬ ਆਉਂਦਾ ਆ ਤਦ ਤੱਕ ਉਹ ਉਹਦੀਆਂ ਜੌਬਸ ਕਰ ਰਹੇ ਹੁੰਦੇ ਨੇ ਜਿਹੜੀ ਸਾਨੂੰ ਸਕਿੱਲ ਚਾਹੀਦੀ ਸੀ, ਉਹ ਸਕਿੱਲ ਅਸੀਂ ਯੂਜ਼ ਹੀ ਨਹੀਂ ਕਰ ਸਕੇ ਹੈਗੇ। ਸੋ ਇੱਦਾਂ ਨਹੀਂ ਆ ਕਿ ਸਾਡੇ ਕੋਲੇ ਮੈਨ ਪਾਵਰ ਨਹੀਂ ਹੈ, ਸਾਡੇ ਕੋਲੇ ਮੈਨ ਪਾਵਰ ਹੈਗੀ ਆ, ਸਾਡੇ ਕੋਲੇ ਨੀਅਤ ਨਹੀਂ ਹੈਗੀ। ਸਾਡੀ ਪ੍ਰੋਬਲਮ ਸਾਡੀਆਂ ਸਰਕਾਰਾਂ ਦੀ ਆ ਰਹੀ ਹੈ ਕਿ ਉਹਨਾਂ ਦੀ ਨੀਅਤ ਨਹੀਂ ਸੀਗੀ ਟੂ ਗੈਟ ਥੀਸ ਥਿੰਗਸ ਡਨ। ਅਦਰਵਾਈਜ਼ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਨਰਸਿਸ ਦਾ ਬਹੁਤ ਵੱਡਾ ਇੱਕ ਸਲਾਬ ਆ, ਜਿਹੜੇ ਕੈਨੇਡਾ ਦੇ ਵਿੱਚ, ਓਨਟਾਰੀਓ ਦੇ ਵਿੱਚ ਘਰੋਂ ਘਰੀ ਬੈਠੇ ਨੇ, ਫੈਕਟਰੀ ਜੌਬਸ ਕਰਦੇ ਪਏ ਨੇ। ਅਗਰ ਉਹਨਾਂ ਦੇ ਕ੍ਰੈਡੈਂਸ਼ੀਅਲਸ ਔਨ ਟਾਈਮਲੀ ਮੈਨਰ ਦੇ ਉੱਤੇ ਕੀਤੇ ਜਾਣ ਤਾਂ ਉਹਨਾਂ ਨਰਸਿਸ ਨੂੰ ਅਸੀਂ ਹਸਪੀਟਲਸ ਯੂਜ਼ ਕਰ ਸਕਦੇ ਹਾਂ, ਉਹਨਾਂ ਦੇ ਉੱਤੇ ਉਹਨਾਂ ਹੀ PSWs ਨੂੰ ਅਸੀਂ ਹੋਰ ਯੂਜ਼ ਕਰ ਸਕਦੇ ਹਾਂ, ਅਸੀਂ ਡਾਕਟਰਸ ਨੂੰ ਅਸੀਂ ਇੱਥੇ ਯੂਜ਼ ਕਰ ਸਕਦੇ ਹਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਮੈਂ ਅੱਜ 2 ਦਿਨ ਪਹਿਲਾਂ ਇੱਕ ਡੋਰ ਨੌਕ ਕਰ ਰਿਹਾ, ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ, ਉਹ ਬ੍ਰੇਨ ਕੈਂਸਰ ਉਹਨਾਂ ਨੂੰ। ਉਹ ਕਹਿੰਦੇ ਜੀ ਬ੍ਰੇਨ ਕੈਂਸਰ ਆ ਮੈਨੂੰ ਮੇਰੇ ਡਾਕਟਰ ਨੇ ਇਹ ਗੱਲ ਕਹੀ ਹੈਗੀ ਆ ਕਿ ਅਪਾਇੰਟਮੈਂਟ ਲੈਣੀ ਪਊਗੀ। ਅਪਾਇੰਟਮੈਂਟ ਮਿਲਦੀ ਪਈ ਹੈਗੀ ਸਪੈਸ਼ਲਿਸਟ ਦੇ ਨਾਲ 9 ਮਹੀਨੇ ਬਾਅਦ ਦੀ। ਜਸਟ ਇਮੈਜਿਨ ਯਾਰ, ਲਾਈਕ ਬੰਦੇ ਨੂੰ ਬ੍ਰੇਨ ਕੈਂਸਰ ਆ, ਛੋਟੇ ਛੋਟੇ ਉਹਦੇ ਘਰੇ ਜਵਾਕ ਨੇ। ਅਸੀਂ ਡੋਰ ਨੌਕਿੰਗ ਕਰਦੇ ਉਹਦੇ ਜਵਾਕਾਂ ਨੂੰ ਵੀ ਮਿਲੇ, ਉਹ ਲੇਡੀ ਨੂੰ ਵੀ ਮੈਂ ਮਿਲਿਆ। ਸੋ ਅਸੀਂ ਓਨਟਾਰੀਓ 'ਚ ਰਹਿ ਰਹੇ ਹਾਂ, ਇੱਥੇ ਇਸ ਦੇਸ਼ ਦੇ ਵਿੱਚ ਜਿਹੜਾ ਡਿਵੈਲਪਡ ਦੇਸ਼ ਗਿਣਿਆ ਜਾਂਦਾ ਆ। ਅਗਰ ਇੱਥੇ ਸਾਡੀਆਂ ਮੁਸ਼ਕਲਾਂ ਨੇ ਫਿਰ ਸਾਨੂੰ ਸੋਚਣ ਦੀ ਲੋੜ ਹੈ। ਫਿਰ ਅਸੀਂ ਬਹੁਤ ਮੈਸਡ ਅਪ ਸਿਚੁਏਸ਼ਨ ਦੇ ਵਿੱਚ ਆ। ਇਹ ਜਿਹੜੀ ਇਲੈਕਸ਼ਨ ਆ, ਇਹ ਇਲੈਕਸ਼ਨ ਆਉਂਦੀਆਂ ਜਾਂਦੀਆਂ ਰਹਿਣਗੀਆਂ। ਅੱਜ ਸੰਦੀਪ ਸਿੰਘ ਖੜਾ ਹੈ, ਕੱਲ ਨੂੰ ਕੋਈ ਹੋਰ ਖੜ ਜਾਊਗਾ, ਪਰਸੋਂ ਕੋਈ ਹੋਰ ਖੜ ਜਾਊਗਾ। ਮੁੱਦਾ ਹੈ ਹੀ ਨਹੀਂ ਆ। ਮੁੱਦਾ ਤਾਂ ਹੈਗਾ ਆ ਕਿ ਜਿਹੜੀਆਂ ਬੇਸਿਕ ਲੋੜਾਂ ਨੇ ਉਹ ਕਿਵੇਂ ਰਿਜ਼ੋਲਵ ਹੋਣੀਆਂ ਨੇ। ਲਾਈਕ ਆਪਾਂ ਇੱਥੇ ਖੜ ਕੇ ਕੰਜ਼ਰਵੇਟਿਵਸ ਲਿਬਰਲਸ ਕੰਜ਼ਰਵੇਟਿਵਸ ਕਰ ਸਕਦੇ ਹਾਂ, ਹੋਰ ਕੀਤਾ ਵੀ ਹੈ। 15 ਸਾਲ 4 ਸਾਲ 20 ਸਾਲ ਦੇ ਟੈਨਿਓਰ ਦੇ ਵਿੱਚ ਅਗਰ ਅਸੀਂ ਬੇਸਿਕ ਚੀਜ਼ਾਂ ਨਹੀਂ ਲੋਕਾਂ ਨੂੰ ਦੇ ਸਕੇ ਹਾਂ ਤੇ ਫਿਰ ਅਸੀਂ ਵਾਟ ਆਰ ਵੀ ਡੂਇੰਗ? ਲਾਈਕ ਆਪਾਂ ਸਿਆਸਤ ਜਾ ਕੇ ਕੁਈਨਸ ਪਾਰਕ ਜਾ ਕੇ ਕਰਨਾ ਕੀ ਚਾਹ ਰਹੇ ਹਾਂ? ਦੈਟ ਮੀਨਸ ਕਿ 20 ਸਾਲ ਦੇ ਵਿੱਚ ਅਸੀਂ ਕੰਮ ਹੀ ਨਹੀਂ ਕੀਤਾ। ਇਸ ਲਈ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ NDP ਦਾ ਪਲਾਨ ਕੀ ਹੈਗਾ, ਪਰ ਮੁੱਦੇ ਹਜੇ ਹੋਰ ਵੀ ਨੇ। ਜਲਦ ਹਾਜ਼ਰ ਹੋਣੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਇਸੇ ਤਰ੍ਹਾਂ ਸੰਦੀਪ ਸਿੰਘ ਜੀ ਦੇ ਨਾਲ ਸਾਡੀ ਗੱਲਬਾਤ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਸਾਡੀ ਖਾਸ ਤੌਰ ਤੇ ਗੱਲਬਾਤ ਚੱਲ ਰਹੀ ਹੈ ਬ੍ਰੈਂਪਟਨ ਨਾਰਥ ਤੋਂ NDP ਦੇ ਕੈਂਡੀਡੇਟ ਸੰਦੀਪ ਸਿੰਘ ਜੀ ਦੇ ਨਾਲ। ਸੰਦੀਪ ਜੀ, ਜਿਵੇਂ ਅਸੀਂ ਮੁੱਦਿਆਂ ਦੀ ਗੱਲ ਕੀਤੀ ਹੈ, ਮੁੱਦੇ ਜਿਹੜੇ ਹੈਗੇ ਨੇ ਜੋ ਆਮ ਇਨਸਾਨ ਨੂੰ ਇਫੈਕਟ ਕਰਦੇ ਨੇ, ਉਹ ਇਸ ਵੇਲੇ ਸਭ ਤੋਂ ਵੱਡਾ ਹੈਲਥ ਕੇਅਰ ਹੈਗਾ। ਜਿਵੇਂ ਤੁਸੀਂ ਕਿਹਾ ਕਿ ਹੈਲਥ ਕੇਅਰ ਦੀ ਪ੍ਰੋਬਲਮਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਨਰਸਿਸ ਹਾਇਰ ਕੀਤੀਆਂ ਜਾਣਗੀਆਂ, PSW ਹਾਇਰ ਕੀਤੇ ਜਾਣਗੇ, ਫੋਰਨ ਕ੍ਰੈਡੈਂਸ਼ੀਅਲਸ ਦਾ ਜਿਹੜਾ ਰੈਕਗਨਾਈਜ਼ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਸ ਨੂੰ ਫਾਸਟ ਕੀਤਾ ਜਾਏਗਾ। ਪਰ ਪੈਂਡੈਮਿਕ ਨੇ ਇੱਕ ਸਵਾਲ ਸਾਰਿਆਂ ਦੇ ਅੱਗੇ ਖੜਾ ਕੀਤਾ ਹੈ ਕਿ ਚਲੋ ਪਹਿਲਾਂ ਸਰਕਾਰਾਂ ਪ੍ਰੀਪੇਅਰ ਨਹੀਂ ਸੀਗੀਆਂ, ਪਰ ਹੁਣ ਜਿਹੜੇ ਪਲੇਟਫਾਰਮਸ ਆ ਰਹੇ ਨੇ, ਕੀ ਸਰਕਾਰ ਦੇ ਕੋਲ ਪੈਂਡੈਮਿਕ ਪ੍ਰੀਪੇਅਰਡਨੈਸ ਪਲਾਨ ਹੈਗਾ ਤੇ ਕੀ NDP ਦੇ ਪਲੇਟਫਾਰਮ ਦੇ ਵਿੱਚ ਹੈਗਾ ਪੈਂਡੈਮਿਕ ਪ੍ਰੀਪੇਅਰਡਨੈਸ ਪਲਾਨ? ਇਹ ਪਹਿਲਾ ਪੈਂਡੇਮਿਕ ਨਹੀਂ ਹੈਗਾ। ਸੋ ਹੁੰਦਾ ਕੀ ਹੈ ਕਿ ਤੁਸੀਂ ਸਾਰੇ ਜਾਣੇ ਆਪਣੀਆਂ ਜ਼ਿੰਦਗੀਆਂ 'ਚ ਇੰਨੇ ਕੁ ਬਿਜ਼ੀ ਹੋ ਜਾਂਦੇ ਹੋ ਕਿ ਪੈਂਡੇਮਿਕ ਕਮਸ ਐਂਡ ਗੋਜ਼। ਤੁਹਾਨੂੰ ਯਾਦ ਹੋਊਗਾ ਇਸ ਤੋਂ ਪਹਿਲਾਂ SARS ਵੀ ਆਇਆ ਸੀ। ਦ ਪੁਆਇੰਟ ਇਜ਼ ਕਿ ਅਗਰ ਅਸੀਂ ਉਦੋਂ ਨਹੀਂ ਕੁਝ ਸਿੱਖੇ, ਜਿਹੜੀਆਂ ਸਰਕਾਰਾਂ ਉਦੋਂ ਨਹੀਂ ਕੁਝ ਸਿੱਖੀਆਂ,
ਉਹਨਾਂ ਤੋਂ ਇਹ ਉਮੀਦ ਕਰਨਾ ਕਿ ਉਹ ਹੁਣ ਸਿੱਖ ਜਾਣਗੀਆਂ ਤੇ ਉਹ ਸਾਡੀ ਗਲਤੀ ਹੋਵੇਗੀ ਨਾ ਕਿ ਉਹਨਾਂ ਦੀ। So liberals and conservatives have shown that they were not prepared for this and they should have been। ਉਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਸੀ। ਕਿੰਨੇ ਇਹੋ ਜਿਹੇ ਲੋਕ NDP ਸਨ, ਦਾ ਕੀ ਪਲਾਨ ਹੈਗਾ? ਕਿੰਨੇ ਇਹੋ ਜਿਹੇ ਲੋਕ ਸਨ ਜਿਨ੍ਹਾਂ ਨੂੰ ਮਾਸਕਸ ਨਹੀਂ ਮਿਲ ਰਹੇ ਸੀਗੇ, ਕਿੰਨੇ ਕਿਹੋ ਜਿਹੇ ਲੋਕ ਸਨ ਜਿਨ੍ਹਾਂ ਨੂੰ ਆਕਸੀਜਨ ਦੀਆਂ ਪ੍ਰੋਬਲਮਸ ਆ ਰਹੀਆਂ ਸੀ, ਕਿੰਨੇ ਸਾਡੇ ਐਸੇ ਲੋਕ ਸਨ ਜਿਨ੍ਹਾਂ ਕੋਲੇ ਹਸਪੀਟਲ ਫੁੱਲ ਹੋ ਗਏ ਸੀਗੇ ਤੇ ਵੀ ਵਰ ਲੁਕਿੰਗ ਫॉर ਸਪੇਸਿਸ ਐਂਡ ਮੈਨੀ ਰੀਜਨਲ ਆਰਗੇਨਾਈਜੇਸ਼ਨਸ, ਰਿਲੀਜੀਅਸ ਆਰਗੇਨਾਈਜੇਸ਼ਨਸ ਕੇਮ ਫਾਰਵਰਡ। ਔਰ ਉਹਨਾਂ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਹਿਊਮਨਿਟੇਰੀਅਨ ਤੌਰ ਦੇ ਉੱਤੇ ਇਕੱਠੇ ਹੋ ਕੇ ਲੋਕਾਂ ਦੀ ਮਦਦ ਕੀਤੀ ਹੈਗੀ ਆ। ਪੈਂਡੇਮਿਕ ਦੇ ਲਈ ਕੋਈ ਵੀ ਡਿਜ਼ਾਸਟਰ ਆ, ਭਾਵੇਂ ਉਹ ਹੈਲਥ ਦੇ ਵਿੱਚ ਆਇਆ ਹੋਵੇ, ਕੋਈ ਵੀ ਨੈਚੁਰਲ ਡਿਜ਼ਾਸਟਰ ਆਇਆ ਹੋਵੇ, ਉਹਦੇ ਵਾਸਤੇ we need to be pre-planned and NDP has a plan for that। NDP has announced the plan for that ਕਿ ਜੋ ਲਾਈਕ ਖੁਦਾ ਨਾ ਖਾਸਤਾ ਕਿ ਅਗਰ ਐਸੀ ਸਿਚੁਏਸ਼ਨ ਦੁਬਾਰਾ ਤੋਂ ਆਉਂਦੀ ਹੈਗੀ ਆ ਤਾਂ ਅਸੀਂ ਵਰਕਰਸ ਤੋਂ ਲੈ ਕੇ ਹੈਲਥ ਕੇਅਰ ਵਰਕਰਸ ਤੋਂ ਲੈ ਕੇ ਫਰੰਟ ਲਾਈਨ ਵਰਕਰਸ ਤੋਂ ਲੈ ਕੇ ਉਹਨਾਂ ਦੇ ਨਾਲ ਖੜਨ ਦੇ ਨਾਲ ਜਿਹੜੀ ਉਹ ਆਫਤ ਹੈਗੀ ਆ ਉਹਦੇ ਨਾਲ ਪ੍ਰੋਪਰਲੀ ਪਲੈਨਿੰਗ ਦੇ ਨਾਲ ਹੋਰ ਉਹਦੀ ਰਿਪੋਰਟਸ ਜਿਹੜੀਆਂ ਨੇ ਰੈਗੂਲਰਲੀ ਕਰਦੇ ਹੋਏ ਸੋ ਦੈਟ ਸਾਨੂੰ ਇਸ ਸਿਚੁਏਸ਼ਨ ਦੇ ਵਿੱਚ ਦੁਬਾਰਾ ਤੋਂ ਨਾ ਖੜਨਾ ਪਵੇ ਜਿਸ ਸਿਚੁਏਸ਼ਨ ਦੇ ਵਿੱਚ ਅਸੀਂ ਅੱਜ ਖੜੇ ਹਾਂ। ਜੀ ਨਹੀਂ, ਪਰ ਪਲਾਨ ਕੀ ਹੈਗਾ ਕਿ ਕੋਈ ਕਮੇਟੀ ਕਾਇਮ ਕੀਤੀ ਜਾਏਗੀ ਜੋ ਇਸ ਤੇ ਨਜ਼ਰ ਰੱਖੇਗੀ? ਕੋਈ ਸੋ ਦੈਟਸ ਵਾਟ ਆਈ ਸੈਡ ਕਿ ਉਹ ਦੇयर इज अ ਟਾਈਮਲੀ ਮੈਨਰ। ਆਈ ਥਿੰਕ ਕਿ ਨਾ 6 ਮਹੀਨੇ ਜਾਂ ਸਾਲ ਦੇ ਵਿੱਚ ਜਿਹੜੀ ਉਹ ਕਮੇਟੀ ਹੈਗੀ ਆ ਉਹ ਰਿਪੋਰਟਸ ਤਿਆਰ ਕਰੂਗੀ। ਜੀ ਐਜੂਕੇਸ਼ਨ ਇੱਕ ਵੱਡਾ ਮੁੱਦਾ ਰਿਹਾ ਹੈ ਕਿਉਂਕਿ ਅਸੀਂ ਦੇਖਿਆ ਕਿ ਸਾਡੇ ਬੱਚਿਆਂ ਨੇ ਕਦੀ ਆਨਲਾਈਨ ਸਟੱਡੀ ਕਰਕੇ, ਕਦੀ ਇਨ ਪਰਸਨ ਜਿਹੜੀ ਫਲਕਚੁਏਸ਼ਨਸ ਚੱਲਦੀਆਂ ਰਹੀਆਂ, ਕਾਫੀ ਸਫਰ ਵੀ ਕੀਤਾ ਹੈ। ਐਜੂਕੇਸ਼ਨ ਸੰਬੰਧੀ ਐਨਡੀਪੀ ਦਾ ਕੀ ਪਲਾਨ ਹੈ? ਸੋ ਤੁਸੀਂ ਫਿਰ ਇਹ ਗੱਲ ਕਹਿਣਾ ਆਈ ਡੋਂਟ ਲਾਈਕ ਕਿ ਹਾਂ ਨਾ ਮੈਂ ਲਿਬਰਲਸ ਤੇ ਕੰਜ਼ਰਵੇਟਿਵਸ ਤੇ ਬਾਰ-ਬਾਰ ਮੈਂ ਤਾਂ ਉਹਨਾਂ ਨੂੰ ਪੁੱਛ ਹੀ ਨਹੀਂ ਰਹੀ, ਆਈ ਐਮ ਜਸਟ ਆਸਕਿੰਗ ਅਬਾਊਟ ਐਨਡੀਪੀ ਪਲੇਟਫਾਰਮ। ਯੂ ਰਾਈਟ। ਸੋ ਤੰਜ ਕਸਾ ਪਰ ਪ੍ਰੋਬਲਮ ਹੈ ਕਿ ਜਦੋਂ ਮੈਂ ਆਪਣਾ ਪਲਾਨ ਦੱਸਣਾ ਆ ਤਾਂ ਮੈਨੂੰ ਦੱਸਣਾ ਪੈਣਾ ਕਿ ਅਸੀਂ ਇੰਨੇ ਬੇਸਿਕਸ ਤੋਂ ਕਿਉਂ ਸ਼ੁਰੂ ਕਰ ਰਹੇ ਹਾਂ। ਬੇਸਿਕਸ ਤੋਂ ਇਸ ਲਈ ਸ਼ੁਰੂ ਕਰ ਰਹੇ ਹੈਗੇ ਕਿਉਂਕਿ ਇਟ ਹੈਜ਼ ਬੀਨ ਦ ਫੇਲਿਅਰ ਆਫ ਲਿਬਰਲਸ ਐਂਡ ਕੰਜ਼ਰਵੇਟਿਵਸ ਕਿ ਸਾਡਾ ਇਹ ਸਿਨੈਰੀਓ ਆ। ਸਾਡੀ ਕਲਾਸਾਂ ਦਾ ਬੱਚਿਆਂ ਦਾ ਸਾਈਜ਼ ਅਗਰ ਐਡਾ ਵੱਡਾ ਹੋਇਆ ਆ ਤਾਂ ਉਹਦੇ ਲਈ ਕੋਈ ਨਾ ਕੋਈ ਤਾਂ ਜ਼ਿੰਮੇਵਾਰ ਹੈ ਨਾ। ਸੋ ਉਹੀ ਸਰਕਾਰਾਂ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਓਨਟਾਰੀਓ ਦੇ ਵਿੱਚ ਰਾਜ ਕੀਤਾ ਹੈ। ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਜਿਸ ਸੈਕਿੰਡ ਕੰਜ਼ਰਵੇਟਿਵਸ ਦੀ ਸਰਕਾਰ ਬਣੀ ਸੀ ਓਨਟਾਰੀਓ ਦੇ ਵਿੱਚ, ਉਸ ਸੈਕਿੰਡ ਹੀ ਟੀਚਰਸ ਦੇ ਨਾਲ ਕੀ ਰਵੱਈਆ ਅਪਣਾਇਆ ਗਿਆ ਸੀਗਾ। ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਜਦੋਂ ਸਟੂਡੈਂਟਸ ਦੇ ਨਾਲ, ਪੇਰੈਂਟਸ ਨਾਲ ਕੰਸਲਟੇਸ਼ਨਸ ਦੀ ਗੱਲ ਆਈ ਸੀ, ਉਦੋਂ ਦਲਦੂਕਾ ਸਾਹਿਬ ਦੀ ਲਿਬਰਲ ਸਰਕਾਰ ਨੇ ਕੀ ਰਵੱਈਆ ਅਪਣਾਇਆ ਸੀਗਾ। ਸੋ ਇਹ ਇਸ਼ੂਜ਼ ਨੇ, ਇਹ ਇਸ਼ੂਜ਼ ਭੁੱਲੇ ਨਹੀਂ ਜਾ ਸਕਦੇ। ਹੋਰ ਇਹ ਇਸ਼ੂਜ਼ ਦਾ ਖਮਿਆਜਾ ਅਸੀਂ ਅੱਜ ਤੱਕ ਪਾ ਰਹੇ ਹਾਂ। ਮੇਰੇ 3 ਬੱਚੇ ਨੇ, ਉਹਨਾਂ ਵਿੱਚੋਂ ਦੀ 2 ਬੱਚੇ ਸਕੂਲ ਜਾ ਰਹੇ ਨੇ, ਇੱਕ ਹਜੇ ਹੁਣੇ 9 ਮਹੀਨੇ ਦਾ ਹੀ ਹੈ। ਸੋ ਮੇਰੇ ਬੱਚੇ ਪਬਲਿਕ ਸਕੂਲਸ ਜਾਂਦੇ ਆ ਸੋ ਉਹ ਪਬਲਿਕ ਸਕੂਲਸ ਜਦੋਂ ਜਾ ਰਹੇ ਨੇ, ਆਈ ਵਾਂਟ ਕਿ ਮੇਰੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਆ ਉਹ ਪ੍ਰੋਪਰ ਮਿਲੇ। ਆਈ ਵਾਂਟ ਕਿ ਉਹਨਾਂ ਨੂੰ ਅੱਗੇ ਜਾ ਕੇ ਉਹ ਤਰੱਕੀ ਕਰਨ, ਪੜ੍ਹਾਈ ਕਰਕੇ ਅੱਗੇ ਵੈਲ ਸੈਟਲਡ ਹੋਣ। ਹੋਰ ਹਰੇਕ ਮਾਂ-ਬਾਪ ਇਹ ਚੀਜ਼ ਚਾਹੁੰਦਾ ਆ, ਬਟ ਉਹ ਕਿਵੇਂ? ਅਗਰ ਕਲਾਸ ਸਾਈਜ਼ਸ ਏਡੇ ਵੱਡੇ ਹੋਣਗੇ, ਅਗਰ ਸਾਡੇ ਕੋਲ ਇਨਫਰਾਸਟ੍ਰਕਚਰ, ਅਗਰ ਤੁਸੀਂ ਦੇਖਿਆ ਹੋਵੇ ਸਕੂਲ ਇਨਫਰਾਸਟ੍ਰਕਚਰ ਦਾ ਪਿਛਲਾ ਹੀ ਕਿੰਨਾ ਬੈਕਲੌਗ ਆ ਜੀ, ਉਹ ਬੈਕਲੌਗ ਕਿਉਂ ਆ? ਲਾਈਕ ਲਿਬਰਲਸ ਵਾਲੇ ਸੀ, ਫਿਰ ਕੰਜ਼ਰਵੇਟਿਵਸ ਵਾਲੇ ਹੋਰ ਜ਼ਿਆਦਾ ਵੱਧ ਗਿਆ। ਉਹ ਜਿਹੜੇ ਇਨਫਰਾਸਟ੍ਰਕਚਰ ਦੀ ਸਾਡੇ ਦੋਸਤ ਕੰਜ਼ਰਵੇਟਿਵਸ ਵਾਲੇ ਬਾਰ-ਬਾਰ ਰੌਲਾ ਪਾ ਰਹੇ ਨੇ, ਥੀਸ ਆਰ ਦ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੈਟ ਯੂ ਨੀਡ ਟੂ ਡੂ ਫਰਸਟ। ਇਹ ਆ ਇੱਥੋਂ ਦੀ ਸਾਡੇ ਇਹ ਬੱਚੇ ਪੜ੍ਹ ਜਾਣਗੇ ਤੇ ਹੋਰ ਪ੍ਰੋਜੈਕਟਸ ਹੋ ਸਕਣਗੇ। ਪਰ ਅਗਰ ਇਹ ਬੱਚੇ ਨਾ ਪੜ੍ਹ ਸਕੇ, ਅਗਰ ਇਹ ਬੱਚਿਆਂ ਲਈ ਇਨਫਰਾਸਟ੍ਰਕਚਰ ਪ੍ਰੋਪਰ ਨਾ ਹੋਇਆ, ਅਗਰ ਇਹ ਬੱਚਿਆਂ ਲਈ ਟੀਚਰਸ ਪ੍ਰੋਪਰ ਨਾ ਹੋਏ, ਅਗਰ ਇਹ ਬੱਚਿਆਂ ਦੇ ਕਲਾਸ ਸਾਈਜ਼ਸ ਵੱਡੇ ਹੋਏ, ਤੇ ਉਹ ਜਿਹੜੀਆਂ ਆਲਤੂ ਫਾਲਤੂ ਦੇ ਪ੍ਰੋਜੈਕਟਸ ਆਪਣੇ ਦੋਸਤਾਂ ਨੂੰ ਖੁਸ਼ ਕਰਨ ਲਈ ਇਹਨਾਂ ਨੇ ਕੱਢੇ ਆ, ਉਹਦਾ ਕੋਈ ਫਾਇਦਾ ਨਹੀਂ ਹੋਣਾ ਹੈਗਾ। ਸੋ ਇਟਸ ਰੀਅਲੀ ਇੰਪੋਰਟੈਂਟ ਕਿ ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਇਨਫਰਾਸਟ੍ਰਕਚਰ ਦੇ ਉੱਤੇ ਇਨਵੈਸਟ ਕਰੀਏ, ਹੋਰ ਟੀਚਰਸ ਨੂੰ ਹਾਇਰ ਕਰੀਏ, ਜੋ ਕਿ ਸਾਡਾ ਪਲਾਨ ਆ ਕਿ ਵੀ ਆਰ ਗੋਣਾ ਹਾਇਰ ਮੋਰ ਟੀਚਰਸ ਸੋ ਦੈਟ ਜਿਹੜਾ ਕਲਾਸ ਸਾਈਜ਼ ਆ ਉਹ ਛੋਟਾ ਰਵੇ, ਸੋ ਦੈਟ ਹਰੇਕ ਬੱਚੇ ਨੂੰ ਜਿੰਨੀ ਉਹਦੀ ਅਟੈਂਸ਼ਨ ਚਾਹੀਦੀ ਹੈ ਟੀਚਰ ਦੀ ਉਨੀ ਮਿਲ ਸਕੇ। ਇੱਕ ਖਾਸ ਗੱਲ ਇਹ ਜਾਣਨਾ ਚਾਹੁੰਦੇ ਆ ਕਿ ਇਸ ਵਾਰ ਦਾ ਪਲੇਟਫਾਰਮ ਤੁਹਾਡਾ ਦੇਖਿਆ ਜਾਏ ਐਨਡੀਪੀ ਦਾ, ਕੀ ਤੁਹਾਨੂੰ ਲੱਗਦਾ ਹੈ ਕਿ ਕੀ ਪੁਆਇੰਟ ਹੈਗਾ ਦੈਟ ਲਿਫਟਸ ਦ ਕੈਂਪੇਨ ਅਪ, ਕਿ ਜੋ ਲਾਸਟ ਟਾਈਮ ਨਹੀਂ ਸੀਗਾ ਜਿਸ ਕਰਕੇ ਓਨਟਾਰੀਅਨਸ ਨੇ ਰਿਜੈਕਟ ਕੀਤਾ ਸੀ ਐਨਡੀਪੀ ਨੂੰ? ਐਨਡੀਪੀ ਲੋਕਾਂ ਦੀ ਪਾਰਟੀ ਹੈ। ਐਨਡੀਪੀ ਕਾਰਪੋਰੇਸ਼ਨਸ ਵੱਡੇ ਲੋਕਾਂ ਦੀ ਪਾਰਟੀ ਨਹੀਂ ਹੈਗੀ। ਸੋ ਐਨਡੀਪੀ ਪਾਰਟੀ ਹੈਗੀ ਆ ਕਿ ਹਰੇਕ ਬੰਦੇ ਨੂੰ ਸ਼ਾਮ ਨੂੰ ਰੋਟੀ ਚੱਜ ਨਾਲ ਮਿਲੇ, ਰੋਟੀ ਦੇ ਬਦਲੇ, ਦਵਾਈ ਦੇ ਬਦਲੇ ਉਹਨੂੰ ਰੋਟੀ ਨਾ ਮਿਸ ਕਰਨੀ ਪਵੇ। ਇਹ ਸਾਡੀਆਂ ਮੁੱਢਲੀਆਂ ਲੋੜਾਂ ਨੇ। ਸਾਡੀ ਆਟੋ ਇੰਸ਼ੋਰੈਂਸ ਇੰਨੀ ਮਹਿੰਗੀ ਨਾ ਹੋਵੇ ਕਿ ਕੱਲ੍ਹ ਨੂੰ ਅਸੀਂ ਆਪਣੇ ਜਵਾਕਾਂ ਨੂੰ ਅਗਰ ਕੋਈ ਚੀਜ਼ ਖਰੀਦ ਕੇ ਦੇਣੀ ਚਾਹੀਏ ਤਾਂ ਅਸੀਂ ਉਹ ਦੇ ਨਾ ਸਕੀਏ। ਇਹ ਸਾਡੇ ਮੁੱਢਲੇ ਟੌਪਿਕਸ ਨੇ। ਮੈਂ ਤੁਹਾਨੂੰ ਇਹ ਗੱਲ ਯਾਦ ਕਰਾਉਣਾ ਚਾਹੁੰਦਾ ਕਿ ਜਿਹੜੇ ਸਾਡੇ ਇਸ਼ੂ ਸੀਗੇ
ਉਹ ਇਸ਼ੂਜ਼ ਅਸੀਂ ਹਮੇਸ਼ਾ ਲੋਕਾਂ ਮੂਰੇ ਰੱਖੇ ਆ ਔਰ ਇਸ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਆਪਣੀਆਂ ਮਾਰਕੀਟਿੰਗ ਕਰਦੀਆਂ ਨੇ, ਲੋਲੀਪੌਪਸ ਦਿੰਦੀਆਂ ਨੇ ਔਰ ਲੋਕੀ ਹੁਣ ਦੇਖ ਚੁੱਕੇ ਨੇ। ਲੋਕਾਂ ਨੂੰ ਪਤਾ ਕਿ 15 ਸਾਲ ਦੀ ਲਿਬਰਲ ਸਰਕਾਰ ਕਿਵੇਂ ਆਟੋ ਇੰਸ਼ੋਰੈਂਸ ਦਾ ਹਾਂ ਕਰਕੇ ਮੁੱਕਰ ਗਈ, ਕਿਸ ਤਰੀਕੇ ਨਾਲ ਹਾਈਡਰੋ ਵਨ ਨੂੰ ਪ੍ਰਾਈਵੇਟਾਈਜ਼ ਕੀਤਾ ਗਿਆ, ਕਿਸ ਤਰੀਕੇ ਨਾਲ ਡਗਫੋਰਡ ਸਾਹਿਬ ਨੇ ਕਿਹਾ ਸੀ ਕਿ ਕੋਈ ਚੱਕਰ ਨਹੀਂ, ਲਿਬਰਲਸ ਨੇ ਅਗਰ ਹਾਈਡਰੋ ਵਨ ਵੇਚ ਵੀ ਦਿੱਤਾ ਮੈਂ ਤੁਹਾਡਾ ਹਾਈਡਰੋ ਦੇ ਰੇਟਸ ਰਿਡਿਊਸ ਕਰੂੰਗਾ। ਬਟ ਮੈਂ ਅੱਜ ਵੀ ਜਦੋਂ ਆਪਣਾ ਬਿੱਲ ਦੇਖਦਾ 4.3% ਵਧਿਆ, ਕਿੱਥੇ ਘਟਾਉਣਾ ਸੀ ਕਿੱਥੇ ਵਧਾਤਾ। ਸੋ ਇਹ ਦੋਨੋਂ ਪਾਰਟੀਆਂ ਜਿਹੜੀਆਂ ਨੇ ਇਹ ਇਹਨਾਂ ਦੀ ਬੁਨਿਆਦ ਜਿਹੜੀ ਆ, ਇਹਨਾਂ ਦਾ ਜਿਹੜਾ ਬੇਸ ਜਿਹੜਾ ਆ ਉਹ ਝੂਠ ਤੇ ਬਣਿਆ ਹੋਇਆ ਆ। ਅਸੀਂ ਲੋਕਾਂ ਲਈ ਕੰਮ ਕਰਦੇ ਹਾਂ, ਵੀ ਆਰ ਵਨ ਆਫ ਯੂ, ਅਸੀਂ ਤੁਹਾਡੇ ਵਿੱਚੋਂ ਆ, ਅਸੀਂ ਤੁਹਾਡੇ ਲਈ ਕੰਮ ਕਰਨ ਵਾਸਤੇ ਸਿਆਸਤ ਦੇ ਵਿੱਚ ਆਏ ਹੈਗੇ ਆ। ਅਗਰ ਕੋਈ ਪੋਲੀਟੀਕਲ ਪਾਰਟੀ ਆ ਜਿਹੜੀ ਇੰਨਾ ਆਮ ਮੁੱਦਿਆਂ ਨੂੰ, ਜੋ ਕਿ ਮੁੱਦੇ ਹੋਣੇ ਵੀ ਨਹੀਂ ਚਾਹੀਦੇ ਸੀ, ਸਾਨੂੰ ਕਿਉਂ ਮੰਗਣਾ ਪਵੇ ਕਿ 7 ਲੱਖ ਦੀ ਆਬਾਦੀ ਨੂੰ ਹਸਪੀਟਲ ਇੱਥੇ ਮਿਲੇ, ਆਪਣੇ ਆਪ ਮਿਲਣਾ ਚਾਹੀਦਾ ਸੀ। ਸਾਨੂੰ ਕਿਉਂ ਮੰਗਣਾ ਪਵੇ ਕਿ ਸਾਨੂੰ ਯੂਨੀਵਰਸਿਟੀ ਇੱਥੇ ਚਾਹੀਦੀ ਆ, 7 ਲੱਖ ਦੀ ਆਬਾਦੀ ਨੂੰ ਆਪੇ ਯੂਨੀਵਰਸਿਟੀ ਮਿਲਣੀ ਚਾਹੀਦੀ ਸੀ। ਸਾਨੂੰ ਕਿਉਂ ਇਹ ਗੱਲ ਕਹਿਣੀ ਪਵੇ ਕਿ ਪੋਸਟਲ ਕੋਡ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ, ਆਟੋ ਇੰਸ਼ੋਰੈਂਸ ਘਟਾਈ ਜਾਵੇ, ਇਹ ਆਪੇ ਹੋਣੀ ਚਾਹੀਦੀ ਸੀ। ਬਟ ਅਨਫੋਰਚੂਨੇਟਲੀ ਬ੍ਰੈਂਪਟੋਨੀਅਨਸ ਨੂੰ ਗਰੈਂਟਡ ਦੇ ਤੌਰ ਦੇ ਉੱਤੇ ਯੂਜ਼ ਕੀਤਾ ਜਾ ਰਿਹਾ। ਦੋਨੋਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਸਾਡੀਆਂ ਮੰਗਾਂ ਦੇ ਉੱਤੇ ਸੁਹਿਰਦ ਨਹੀਂ ਹੈਗੀਆਂ, ਸੀਰੀਅਸ ਨਹੀਂ ਹੈਗੀਆਂ। ਦ ਓਨਲੀ ਪਾਰਟੀ, ਹੋਰ ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਮੈਂ NDP ਵੱਲੋਂ ਖੜਾ ਹਾਂ, ਸਾਡਾ ਰੈਕਡ ਬੋਲਦਾ ਆ। ਤੁਸੀਂ ਕੁਈਨਸ ਪਾਰਕ ਦਾ ਰੈਕਡ ਦੇਖੋ, ਕਿਸ ਤਰੀਕੇ ਨਾਲ ਅਸੀਂ ਬੀਇੰਗ ਔਨ ਆਪੋਜੀਸ਼ਨ ਇੱਕ ਮੁੱਦੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ, ਕੁਈਨਸ ਪਾਰਕ ਪਾਰਲੀਮੈਂਟ ਦੇ ਵਿੱਚ ਉਠਾਇਆ ਆ ਤੇ ਉਹਨੂੰ ਰਿਜ਼ੋਲਵ ਕਰਨ ਲਈ ਬਾਰ-ਬਾਰ ਡਗਫੋਰਡ ਸਾਹਿਬ ਦੀ ਸਰਕਾਰ ਨੂੰ ਯਾਦ ਕਰਵਾਇਆ ਆ। ਪਰ ਉਹ ਯਾਦ ਕਰਨਾ ਨਹੀਂ ਸੀ ਚਾਹੁੰਦੇ, ਉਹ ਉਹਨਾਂ ਇਸ਼ੂਜ਼ ਨੂੰ ਰਿਜ਼ੋਲਵ ਨਹੀਂ ਸੀ ਕਰਨਾ ਚਾਹੁੰਦੇ। ਜੀ, ਮੁੱਦੇ ਹਜੇ ਹੋਰ ਵੀ ਨੇ ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਅਖੀਰ ਦੇ ਵਿੱਚ ਤੁਸੀਂ ਆਪਣੇ ਰੈਜ਼ੀਡੈਂਟਸ ਨੂੰ ਕੀ ਕਹਿਣਾ ਚਾਹੋਗੇ, ਵਾਈ ਦੇ ਵੋਟ ਫॉर ਯੂ ਔਨ ਜੂਨ 2? ਜਦੋਂ ਤੁਸੀਂ ਵੋਟ ਕਰਨ ਜਾ ਰਹੇ ਹੋ ਜ਼ਰੂਰ ਵੋਟ ਕਰੋ। ਤੁਸੀਂ ਮੈਨੂੰ ਵੋਟ ਕਰਨਾ ਚਾਹੁੰਦੇ ਹੋ, ਵੈਲ ਐਂਡ ਗੁੱਡ। ਅਗਰ ਨਹੀਂ ਵੀ ਕਰਨਾ ਚਾਹੁੰਦੇ, ਜਿਹਨੂੰ ਵੀ ਕਰਨਾ ਚਾਹੁੰਦੇ ਹੋ, ਵੋਟ ਤੁਹਾਡਾ ਅਧਿਕਾਰ ਆ, ਉਹਨੂੰ ਇਸਤੇਮਾਲ ਕਰੋ। ਪਰ ਜਦੋਂ ਵੀ ਵੋਟ ਦਾ ਬਟਨ ਦੱਬਣ ਲੱਗੋ, ਆਪਣੇ ਬੱਚਿਆਂ ਦੀ ਫੋਟੋ ਆਪਣੇ ਦਿਮਾਗ ਅੱਗੇ ਜ਼ਰੂਰ ਲੈ ਕੇ ਆਇਓ, ਕਿਉਂਕਿ NDP ਉਹ ਪਾਰਟੀ ਆ ਜਿਹਨੇ ਤੁਹਾਡੇ ਬੱਚਿਆਂ ਦਾ ਭਵਿੱਖ ਸੁਧਾਰਨਾ ਆ, ਜਿਹਨੇ ਯੂਨੀਵਰਸਿਟੀ ਬਰੈਂਪਟਨ 'ਚ ਲੈ ਕੇ ਆਉਣੀ ਆ, ਹਸਪੀਟਲ ਬਰੈਂਪਟਨ 'ਚ ਲੈ ਕੇ ਆਉਣਾ ਹੈ, ਆਟੋ ਇੰਸ਼ੋਰੈਂਸ ਰਿਡਿਊਸ ਕਰਨੀ ਆ, ਲਾਈਫ ਅਫੋਰਡੇਬਲ ਬਣਾਉਣੀ ਆ। ਅਸੀਂ 15 ਸਾਲ ਲਿਬਰਲਸ ਨੂੰ ਮੌਕਾ ਦਿੱਤਾ, 4 ਸਾਲ ਕੰਜ਼ਰਵੇਟਿਵਸ ਨੂੰ ਮੌਕਾ ਦਿੱਤਾ, ਦੋਨਾਂ ਨੇ ਸਾਨੂੰ ਬੈਕ ਸਟੈਬ ਕੀਤਾ ਆ। ਇਹ ਮੌਕਾ ਹੁਣ 2 ਜੂਨ ਦਾ ਮੌਕਾ ਤੁਹਾਡੇ ਕੋਲੇ ਆ, ਕਿਤੇ ਇਸ ਤਰੀਕੇ ਨਾਲ ਨਾ ਹੋਵੇ ਕਿ 4 ਸਾਲ ਸਾਡੇ ਹੋਰ ਖਰਾਬ ਹੋ ਜਾਣ, ਕਿਉਂਕਿ ਇਸ ਟਾਈਮ ਜਿਹੜੀ ਬਰੈਂਪਟਨ ਦੇ ਅੰਦਰ ਫਾਈਟ ਆ ਉਹ ਕੰਜ਼ਰਵੇਟਿਵਸ ਵਰਸਸ NDP ਆ। ਵੋਟਿੰਗ ਲਿਬਰਲ ਸਿੱਧਾ ਕੰਜ਼ਰਵੇਟਿਵਸ ਨੂੰ ਫਾਇਦਾ ਦੇਊਗੀ। ਸੋ ਬਹੁਤ ਸਿਆਣਪ ਦੇ ਨਾਲ NDP ਨੂੰ ਵੋਟਾਂ ਪਾ ਕੇ ਬਰੈਂਪਟਨ ਨੂੰ ਦੀ ਲਾਈਫ ਅਫੋਰਡੇਬਲ ਬਣਾਓ ਅਤੇ ਕਿ ਨਾ ਹਸਪੀਟਲਸ ਤੇ ਆਟੋ ਇੰਸ਼ੋਰੈਂਸ ਨੂੰ ਡਿਕਰੀਜ਼ ਕਰਾਓ। ਜੀ, ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦ ਵੈਰੀ ਬੈਸਟ। ਥੈਂਕ ਯੂ ਸੋ ਮਚ।